ਅਨ ਕਾਏ ਰਾਤੜਿਆ ਬਾਟ ਦੁਹੇਲੀ ਰਾਮ। ਪਾਪ ਕਮਾਵੰਦਿਆਂ ਤੇਰਾ ਕੋਇ ਨਾ ਬੇਲੀ ਰਾਮ। ਕੋਇ ਨ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵਹਿ। ਤਰਵਰ ਬਿਸ਼ੁਨੇ ਨਹਿ ਪਾਤ ਜੁੜਤੇ ਜਮ ਅਗ ਗੌਨ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਤਰਵਰ ਬਿਸ਼ੁਨੇ ਨਹਿ ਪਾਤ ਜੁੜਤੇ ਜਮ ਅਗ ਗੌਨ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਪਾਪ ਪੁੰਨ ਦੋਇ ਬੈਲ ਵਿਸਾਹੇ ਪਵਨ ਪੂੰਜੀ ਪਰਗਾਸਿਓ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਵਿਦ ਟਾਂਡ ਵਿਸਾਇਓ। ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬੰਜਾਰਾ ਰਹਾਓ। ਕਾਮ ਕ੍ਰੋਧ ਦੋਇ ਭਰੇ ਜਗਾਤੀ ਕਾਮ ਕ੍ਰੋਧ ਦੋਇ ਭਏ ਜਗਾਤੀ। ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਿਵੇਰੈ ਟਾਂਡਾ ਉਤਰਿਓ ਪਾਰਾ। ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ। ਘਾਟੀ ਚੜ੍ਹਤ ਬੈਲ ਇਕ ਥਾਕਾ ਚਲੋ ਗੋਨ ਛਡਕਾਈ। ਗੌੜੀ ਪੰਚਪਦਾ ਪੇਵ ਕੜੇ ਦਿਨ ਚਾਰ ਹੈ ਸੌਰ ਰਹਿ ਜਾਣਾ। ਅੰਧਾ ਲੋਕ ਨ ਜਾਣਈ ਮੂਰਖ ਗਿਆਣਾ। ਕਉ ਡਡਿਆ ਬਾਂਧੈ ਤਨ ਖੜੀ ਪਾਹੂ ਕਰ ਆਏ ਮੁਕਲਾਊ ਆਏ ਰਹਾਓ। ਉਹ ਜੋ ਦਿਸੈ ਖੂਹੜੀ ਕੌਣ ਲਾਜ ਬਹਾਰੀ। ਲਾਜ ਘੜੀ ਸਿਉ ਟੂਟ ਪੜੀ ਉੱਠ ਚੱਲੀ ਪਨਿਹਾਰੀ। ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ। ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ। ਭਈ ਨਿਰਾਸੀ ਉੱਠ ਚੱਲੀ ਚਿਤ ਬੰਧ ਨਾ ਧੀਰਾ। ਹਰ ਕੀ ਚਰਨੀ ਲਾਗ ਰਹੋ ਭਜ ਸ਼ਰਨ ਕਬੀਰਾ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਜੁੜੀ ਹੋਈ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਗਰੁੱਪ ਦੇ ਪਤਵੰਤੇ ਸਤਵੰਤੇ ਗੁਰਮੁਖੋ, ਆਪ ਜੀ ਦੇ ਨਾਲ ਗੌੜੀ ਰਾਗ ਵਿੱਚੋਂ ਕਬੀਰ ਜੀ ਦੇ ਸ਼ਬਦਾਂ ਦੀ ਵਿਚਾਰ ਆਪਣੀ ਤੁੱਛ ਬੁੱਧੀ ਦੁਆਰਾ ਪੀਰ ਬੁੱਧੀ ਦੁਆਰਾ ਵਰਣਨ ਕਰੀ ਜਾ ਰਹੀ ਹੈ, ਵਿਆਖਿਆ ਕਰੀ ਜਾ ਰਹੀ ਹੈ। ਕਬੀਰ ਜੀ ਫਰਮਾਉਂਦੇ ਪਾਪ ਪੁੰਨ ਦੋਏ ਬੈਲ ਵਿਸਾਹੇ ਪਵਨ ਪੂੰਜੀ ਪ੍ਰਗਾਸੇ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਵਿਦ ਟਾਂਡ ਵਿਸਾਏ। ਕਹਿੰਦੇ ਪਾਪ ਔਰ ਪੁੰਨ ਦੋ ਬੈਲ ਖਰੀਦੇ ਹੋਏ ਬੰਦੇ ਨੇ। ਸਵਾਸਾਂ ਦੀ ਪੂੰਜੀ ਲਈ ਹੋਈ ਹੈ, ਸਵਾਸਾਂ ਨਾਲ ਚੱਲ ਰਿਹਾ ਸਰੀਰ। ਪਾਪ ਔਰ ਪੁੰਨ ਕਰਦਾ ਬੰਦਾ, ਇਹਨਾਂ ਦੋਹਾਂ ਨੂੰ ਬੈਲ ਕਿਹਾ ਗਿਆ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ, ਫਿਰ ਜਿਹੜੀ ਤ੍ਰਿਸ਼ਨਾ ਹੈ ਉਹਦੀ ਛੱਟ ਭਰੀ ਹੋਈ ਹੈ। ਇਨ ਵਿਦ ਟਾਂਡ ਵਸਾਇਓ, ਇਸ ਤਰ੍ਹਾਂ ਟਾਂਡਾ ਖਰੀਦਿਆ। ਟਾਂਡਾ ਹੁੰਦਾ ਜਿਹੜਾ ਮਾਲ ਲੱਦਿਆ ਵਾ ਹੁੰਦਾ ਗੱਡੇ ਦੇ ਉੱਪਰ। ਗੂਣ ਹੁੰਦੀ ਹੈ ਛੱਟ, ਜਿਵੇਂ ਗਧੇ ਦੇ ਉੱਪਰ ਨਾ ਇੱਕ ਬੋਰੀ ਜੀ ਦੇ ਥੈਲੇ ਦਵੱਲੇ ਨੂੰ ਲਟਕਦੇ ਹੁੰਦੇ, ਉਹਨਾਂ ਨੂੰ ਗੂਣ ਕਿਹਾ ਜਾਂਦਾ। ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬੰਜਾਰਾ। ਕਹਿੰਦੇ ਸਾਡਾ ਮਾਲਕ ਰਾਮ ਸ਼ਾਹ ਐਸਾ ਹੈ, ਸਾਰਾ ਹੀ ਸੰਸਾਰ ਉਹਨੇ ਬੰਜਾਰਾ ਬਣਾਇਆ ਹੋਇਆ। ਰਾਮ ਤੋਂ ਪੂੰਜੀ ਲੈਂਦੇ ਸਵਾਸਾਂ ਦੀ, ਅੱਗੇ ਵਪਾਰ ਕਰਦੇ, ਪਰ ਵਪਾਰ ਸਾਡਾ ਪਾਪਾਂ ਨਾਲ ਸੰਬੰਧਿਤ ਜ਼ਿਆਦਾ ਰਹਾਓ। ਕਾਮ ਕ੍ਰੋਧ ਦੋਏ ਭਏ ਜਗਾਤੀ ਮਨ ਤਰੰਗ ਬਟਵਾਰਾ। ਕਾਮ ਅਤੇ ਕ੍ਰੋਧ ਇਹ ਦੋਹੇ ਜਗਾਤੀ ਹੈ,
ਜਗਾਤੀ ਹੁੰਦਾ ਜਿਹੜਾ ਮਾਲ ਟੈਕਸ ਲਾਉਂਦਾ, ਉਹਨੂੰ ਕਹਿੰਦੇ ਜਗਾਤੀ। ਜੇਕਰ ਅੱਗੇ ਚੁੰਗੀਆਂ ਹੁੰਦੀਆਂ ਸੀ, ਸ਼ਹਿਰ 'ਚ ਵੜਨ ਲੱਗਿਆਂ ਨੂੰ ਟੈਕਸ ਲੱਗਦਾ। ਮਨ ਤਰੰਗ ਬਟਵਾਰਾ, ਮਨ ਦੀਆਂ ਜਿਹੜੀਆਂ ਤਰੰਗਾਂ ਹੈ ਉਹ ਲੁਟੇਰੀਆਂ ਹੈ, ਉਹ ਲੁੱਟ ਰਹੀਆਂ ਸਨ। ਕਾਮ ਕ੍ਰੋਧ ਸਾਤੋਂ ਚੁੰਗੀ ਮਸੂਲ ਕਰ ਰਹੇ ਨੇ, ਜਗਾਤੀਏ ਹੈ ਉਹ। ਪੰਜ ਤੱਤ ਮਿਲ ਦਾਨ ਨਵੇਰੇ, ਟਾਂਡਾ ਉਤਰਿਓ ਪਾਰ। ਫਿਰ ਜਿਹੜੇ ਸਾਡੇ ਸਰੀਰ ਦੇ ਪੰਜ ਤੱਤ ਹੈ, ਇਹ ਉਹ ਲੁੱਟੇ ਹੋਏ ਦਾਨ ਨੂੰ, ਲੁੱਟੇ ਹੋਏ ਮਾਲ ਨੂੰ ਆਪਸ ਵਿੱਚ ਵੰਡਦੇ ਨੇ। ਫਿਰ ਇਸ ਤਰੀਕੇ ਨਾਲ ਟਾਂਡਾ ਪਾਰ ਉਤਰਦਾ ਸਾਡਾ, ਮਤਲਬ ਸਰੀਰ ਐਕਣ ਖਤਮ ਹੋ ਜਾਂਦਾ ਹੌਲੀ ਹੌਲੀ। ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ। ਕਬੀਰ ਜੀ ਫਰਮਾ ਰਹੇ ਹੈ, ਸੰਤ ਜਨੋ ਹੁਣ ਕਹਿੰਦੇ ਐਸੀ ਬਣ ਗਈ, ਐਸੀ ਬਣ ਆਈ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਚੱਲੋ ਗੋਮ ਛਿਟਕਾਈ। ਕਹਿੰਦੇ ਇਹ ਔਖੀ ਅਵਘਟ ਰਾਮ ਕੀ ਜਿਹੜੀ ਘਾਟੀ ਹੈ, ਇਹਨੂੰ ਚੜ੍ਹਦਿਆਂ ਚੜ੍ਹਦਿਆਂ ਇੱਕ ਬੈਲ ਥੱਕ ਗਿਆ ਪਾਪ ਵਾਲਾ। ਕਿਉਂਕਿ ਹੁਣ ਇਹੀ ਜੀ ਬਣ ਗਈ ਨਾ ਗੁਰੂ ਨੂੰ ਮਿਲ ਕੇ, ਪੁੰਨ ਪੁੰਨ ਰਹਿ ਗਏ, ਪਾਪ ਖਤਮ ਹੋ ਗਏ। ਜਿਹੜੀ ਤ੍ਰਿਸ਼ਨਾ ਦੀ ਗੂਣ ਸੀਗੀ ਛੱਟ, ਉਹਨੂੰ ਸਿੱਟ ਦਿੱਤਾ ਹੇਠਾਂ, ਸਿਰਫ ਪੁੰਨ ਲੈ ਕੇ ਅੱਗੇ ਵੱਧ ਗਈ। ਗੌੜੀ ਪੰਚਪਦਾ। ਪੇਵਕੜੈ ਦਿਨ ਚਾਰ ਹੈ, ਚਾਰ ਹੈ ਸਹੁਰੜੇ ਜਾਣੇ। ਕਹਿੰਦੇ ਪੇਕਿਆਂ ਦੇ ਵਿੱਚ 4 ਦਿਨ ਰਹਿ ਕੇ ਅਖੀਰ ਨੂੰ ਸਹੁਰੇ ਜਾਣਾ ਪੈਣਾ। ਆਹ ਜਿਹੜਾ ਆਪਾਂ ਜਿਉਣਾ ਜੀ ਰਹੇ ਸੰਸਾਰ ਦੇ ਵਿੱਚ, ਇਹ ਸਾਡੇ ਪੇਕੇ ਘਰ ਹੈ। ਅਸਲੀ ਘਰ ਹੈ ਸਹੁਰੇ ਦਾ, ਜਿੱਥੇ ਆਪਾਂ ਨੇ ਜਾਣਾ, ਜਿਹਦੇ ਬਾਰੇ ਸਾਨੂੰ ਪਤਾ ਹੀ ਕੁਛ ਨਹੀਂ ਕਿਆ ਹੈ, ਕਿਹੋ ਜਿਹਾ ਹੈ। ਕਿਉਂਕਿ ਪੰਜਾਂ ਦੇ ਵਿਕਾਰਾਂ ਦੇ ਅਧੀਨ ਉੱਧਰ ਦੀ ਸੁਰਤੀ ਉਹਦੀ ਰਹਿੰਦੀ ਕਰੀ। ਉਹ ਸੁਰਤੀ ਬਾਰੇ ਕਬੀਰ ਜੀ ਫਰਮਾ ਰਹੇ ਵੀ ਆਪ ਐਸੀ ਬਣ ਆਈ। ਹੁਣ ਕਹਿੰਦੇ ਉਹ ਐਸੀ ਹਾਲਤ ਬਣ ਗਈ ਗੁਰੂ ਨੂੰ ਮਿਲ ਕੇ, ਉਹ ਜਿਹੜੇ ਪੰਜੇ ਤੇ ਉਹ ਪਿੱਛੇ ਹਟ ਗਏ, ਤ੍ਰਿਸ਼ਨਾ ਪਿੱਛੇ ਚਲੀ ਗਈ, ਸਿੱਟ ਦਿੱਤੀ, ਔਰ ਪੁੰਨ ਕੇਵਲ ਪੱਲੇ ਰਹਿ ਗਿਆ। ਪੁੰਨ ਕਿਹੜਾ? ਨਾਮ ਵਾਲਾ, ਪਰਮਾਤਮਾ ਦਾ ਨਾਮ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਅੰਧਾ ਲੋਕ ਨਾ ਜਾਣੀ ਮੂਰਖ ਆਣਾ। ਮੂਰਖ ਲੋਕ ਨੂੰ, ਅੰਨਿਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਇੱਥੇ ਜਾਣਾ ਅੱਗੇ ਸੌਰੀ ਘਰ, ਐਸੇ ਨੂੰ ਪੱਕਾ ਸਮਝੀ ਬੈਠਾ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੈ ਜਾ। ਡੇਰਾ ਤਾਂ ਅੱਗੇ ਆ ਸੱਚ। ਕਹੋ ਡੱਡੀਆ ਬੰਦ ਹੈ ਧਨ ਖੜੀ, ਧੋਤੀ ਬੰਨ ਕੇ ਇਸਤਰੀ ਖੜੀ ਹੈ। ਪਾਹੂ ਘਰ ਆਏ, ਪ੍ਰਾਹੁਣੇ ਘਰ ਆ ਗਏ, ਮੁਕਲਾਊ ਆਏ, ਮੁਕਲਾਉਣ ਵਾਸਤੇ ਆ ਗਏ। ਮਤਲਬ ਹੈ ਮੌਤ ਸਾਹਮਣੇ ਖੜੀ ਹੈ, ਜਮਰਾਜ ਆ ਗਏ ਤੋ ਅਜੇ ਬਿਨਾਂ ਹੀ ਤਿਆਰੀ ਤੋਂ ਖੜੀ ਆ, ਔਰ ਧੋਤੀ ਬੰਨ੍ਹ ਕੇ, ਕੋਈ ਕੱਪੜਾ ਲੀੜਾ ਚੱਜ ਦਾ ਨਹੀਂ ਪਾਇਆ ਹੋਇਆ। ਰਹਾਓ ਉਹ ਜੋ ਦਿਸੈ ਕੁਗੜੀ ਕੌਣ ਲਾਜ ਬਹਾਰ। ਕਹਿੰਦੇ ਜਿਹੜੀ ਉਹ ਖੂਹ, ਛੋਟਾ ਜਿਹਾ ਖੂਹ ਦਿਖਦਾ ਹੈ, ਉਹਦੇ 'ਚ ਕਿਹੜੀ ਲੱਜ ਪਾਈ ਹੋਈ ਹੈ। ਲਾਜ ਘੜੀ ਸਿਉ ਤੋਟ ਪੜੀ, ਉੱਠ ਚੱਲੀ ਭਨੇਵਾ। ਕਹਿੰਦੇ ਲੱਜ ਤਾਂ ਟੁੱਟ ਗਈ, ਘੜਾ ਟੁੱਟ ਗਿਆ, ਹੇਠਾਂ ਗਿਰ ਗਿਆ ਖੂਹ ਦੇ ਵਿੱਚ, ਔਰ ਪਾਣੀ ਕੱਢਣੇ ਵਾਲੀ ਖਾਲੀ ਉਹ ਚੱਲ ਪਈ। ਇਹ ਸਰੀਰ ਦਾ ਦ੍ਰਿਸ਼ਟਾਂਤ ਦਿੱਤਾ ਹੋਇਆ। ਇਹ ਸਰੀਰ ਇੱਕ ਖੂਹ ਹੈ, ਸਵਾਸਾਂ ਦੀ ਲੱਜ ਦੇ ਨਾਲ, ਰੱਸੀ ਦੇ ਨਾਲ ਇਹ ਚੱਲ ਰਿਹਾ। ਜਦ ਸਵਾਸ ਟੁੱਟ ਗਏ, ਘੜੀ ਨਾਲ ਇੱਥੇ ਹੀ ਰਹਿ ਜਾਣਾ, ਇੱਥੇ ਜਲਾਈ ਜਾਊਗੀ ਜਾਂ ਦੱਬੀ ਜਾਊਗੀ ਜਾਂ ਪਾਣੀ 'ਚ ਸੁੱਟੀ ਜਾਊਗੀ। ਆਤਮਾ ਨੇ ਅੱਗੇ ਲੰਘ ਜਾਣਾ, ਉਹ ਪਨਿਆਰੀ ਹੈ। ਬਹੁਤ ਦ੍ਰਿਸ਼ਟਾਂਤ ਗੂੜੇ ਡੂੰਘੇ ਦਿੱਤੇ ਕਬੀਰ ਜੀ ਨੇ। ਸਾਹਿਬ ਹੋਏ ਦਿਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ। ਜੇ ਪ੍ਰਭੂ ਜੀ ਕਿਰਪਾ ਕਰਨ ਫਿਰ ਅਸੀਂ ਆਪਣਾ ਕਾਰਜ ਸਵਾਰ ਸਕਦੇ ਹਾਂ। ਕਿਉਂਕਿ ਜਿੰਨਾ ਚਿਰ ਉਹਦੀ ਹਰੀ ਝੰਡੀ ਨਹੀਂ ਮਿਲਦੀ, ਅਸੀਂ ਨਾਮ ਨਹੀਂ ਜਪ ਸਕਦੇ, ਪਾਪਾਂ ਤੋਂ ਨਹੀਂ ਹਟ ਸਕਦੇ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰਿਆ। ਉਹ ਸੁਹਾਗਣ ਹੈ ਜਿਹੜੀ ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ। ਬਾਕੀ ਸਭ ਦੁਹਾਗਣਾ, ਮੋਸਟਲੀ ਸਭ ਦੁਹਾਗਣਾ, ਕੋਈ ਕੋਈ ਵਿਰਲੀ ਹੁੰਦੀ ਹੈ ਸੁਹਾਗਣ। ਕਿਰਤ ਕੀ ਬਾਂਧੀ ਸਭ ਫਿਰੈ, ਦੇਖੋ ਵਿਚਾਰੀ। ਅਸੀਂ ਸਭ ਲੋਕ ਕਿਰਤ ਕਰਮ ਦੇ ਵਿਛੜੇ ਹੋਏ ਹਾਂ, ਉਹਦੇ ਅਨੁਸਾਰ ਚੱਲ ਰਹੇ ਹਾਂ, ਉਸੇ ਤਰ੍ਹਾਂ ਅੱਗੇ ਜਾਮਾ ਬਣ ਜਾਂਦਾ। ਇਹਨੂੰ ਕੇਵਲ ਗੁਰੂ ਦਾ ਸ਼ਬਦ ਤੋੜ ਸਕਦਾ। ਵਿਚਾਰ ਕੇ ਦੇਖ ਲਓ ਮਨ ਵਿੱਚ, ਆਪਾਂ ਸਭ ਕਿਰਤ ਕਰਮ ਦੇ ਬੰਨੇ ਹੋਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਨੂੰ ਕਿਆ ਆਖੀਆ ਕਿਆ ਕਰੇ ਵਿਚਾਰ। ਜਿਹੜੀ ਕਿਰਤ ਨਾਲ ਬੰਨੇ ਹੋਏ ਅਸੀਂ, ਕਿਰਤ ਕਰਮ ਨਾਲ, ਇਹਨੂੰ ਹੁਣ ਕਿਆ ਕਰੀਏ, ਕਿਆ ਵਿਚਾਰ ਕਰੀਏ, ਇਹ ਟੁੱਟਦੀ ਹੋ ਨਹੀਂ।
ਭਈ ਨਿਰਾਸੀ ਉੱਠ ਚੱਲੀ, ਚਿੱਤ ਬੰਦ ਨਾ ਧੀਰਾ। ਨਿਰਾਸ਼ੀ ਉਹ ਇੱਥੋਂ ਉੱਠ ਕੱਢਦੀ ਹੈ, ਮਨ ਵਿੱਚ ਧੀਰਜ ਨਹੀਂ ਆਉਂਦੀ, ਚਿੱਤ ਨਹੀਂ ਰੁਕਦਾ, ਨਿਰਾਸ਼ਾ ਵਿੱਚ ਚਲੀ ਜਾਂਦੀ। ਹਰ ਕੀ ਚਰਨੀ ਲਾਗ ਰਹੋ, ਭਜ ਸ਼ਰਨ ਕਬੀਰਾ। ਕਹਿੰਦੇ ਹਰੀ ਦੇ ਚਰਨਾਂ ਨਾਲ ਲੱਗੇ ਰਹੋ। ਕਬੀਰ ਜੀ ਫਰਮਾਉਂਦੇ ਭਜ ਸ਼ਰਨ ਕਬੀਰਾ, ਭੱਜ ਕੇ ਉਹਦੀ ਸ਼ਰਨ ਲੈ ਲਓ, ਉਹਦੇ ਚਰਨਾਂ ਨਾਲ ਜੁੜ ਜਾਓ। ਗੌੜ ਜੋਗੀ ਕਹੇ ਜੋਗ ਭਲ ਮਿੱਠਾ, ਅਵਰ ਨਾ ਦੂਜਾ ਭਾਈ। ਜੋਗੀ ਇਹ ਕਹਿੰਦੇ ਆ ਵੀ ਜੋਗ ਹੀ ਚੰਗਾ ਹੈ, ਸਾਡੇ ਵਾਸਤੇ ਇਹੀ ਠੀਕ ਹੈ, ਮਿੱਠਾ ਹੈ, ਹੋਰ ਕੁਛ ਹੈ ਹੀ ਨਹੀਂ। ਰੁੰਡਤ ਮੁੰਡਤ ਇੱਕ ਹੈ ਸ਼ਬਦੀ, ਇਹ ਕਹੇ ਸਿੱਧ ਪਾਈ। ਜਿਹੜੇ ਰੋਡੇ ਬਿਲਕੁਲ ਉਸ ਤਰ੍ਹਾਂ ਫੇਰ ਦਿੰਦੇ ਆ ਜਾਂ ਮੁੰਡਨ ਕਰਦੇ ਆ ਜਾਂ ਇੱਕ ਸ਼ਬਦ ਬੋਲੀ ਜਾਂਦੇ ਆ ਅਲੱਖ ਅਲੱਖ ਅਲੱਖ। ਜਦ ਅਸੀਂ ਵੀ ਦੇਖਿਆ ਪਹਿਲੇ ਸਮਿਆਂ ਵਿੱਚ ਜਦੋਂ ਕਈ ਸਾਧ ਆਉਂਦੇ ਸੀ ਘਰਾਂ 'ਚ ਮੰਗਣ ਗਜਾ ਕਰਨ, ਉਹ ਇਹੀ ਕਹੀ ਜਾਂਦੇ ਹੁੰਦੇ ਸੀ ਅਲੱਖ 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 ਅਲੱਖ, ਇੱਕ ਸ਼ਬਦ ਕਹੀ ਜਾਂਦੇ ਹੁੰਦੇ ਸੀ। ਕਈ ਤਾਂ ਖੜ੍ਹਦੇ ਨਹੀਂ ਸੀ, ਖੜ੍ਹੇ ਖੜ੍ਹੇ ਲੱਤਾਂ ਨੂੰ ਉੱਪਰ ਹੇਠ ਕਰੀ ਜਾਂਦੇ ਹੁੰਦੇ ਸੀਗੇ ਵੀ ਅਸੀਂ ਹਮੇਸ਼ਾ ਚੱਲਦੇ ਆ। ਇਹ ਕਹੇ ਸਿੱਧ ਭਾਈ, ਇਹ ਸਾਰੇ ਹੀ ਰੁੰਡਤ ਮੁੰਡਤ ਇੱਕੇ ਸ਼ਬਦੀ, ਸਾਰੇ ਹੀ ਕਹਿੰਦੇ ਵੀ ਸਾਨੂੰ ਤਾਂ ਸਿੱਧੀ ਮਿਲ ਗਈ ਹੈ, ਰੱਬ ਦੀ ਪ੍ਰਾਪਤੀ ਹੋ ਗਈ। ਗਲਤ ਫਿਰ ਨਹੀਂ। ਸਾਧ ਸੰਗਤ ਜੀ, ਉਹ ਏਕੇ ਸ਼ਬਦ ਦੀ ਗੱਲ ਤਾਂ ਗੁਰਬਾਣੀ ਬਹੁਤ ਪਾਉਂਦੀ ਹੈ ਵੀ ਇੱਕ ਸ਼ਬਦ ਪਰ ਟੇਕ ਕਰ ਲਓ, ਪਰ ਉਹਦਾ ਵੀ ਆ ਨਕਲੀ ਜਰਪੋਸ਼ ਦਾ ਗਹਿਣਾ ਬਣਾ ਲਿਆ ਲੋਕਾਂ ਨੇ। ਇੱਕ ਸ਼ਬਦ ਪਰ ਟੇਕ ਆ ਜਾਣੀ, ਇਹ ਤਾਂ ਬਹੁਤ ਉੱਚੀ ਗੱਲ ਹੈ, ਸਭ ਤੋਂ ਉੱਚੀ ਗੱਲ ਇਹੀ ਹੈ, ਪਰ ਉਹਦਾ ਨਕਲ ਕਰ ਲਈ। ਰਸਨਾ ਤੋਂ ਇੱਕ ਸ਼ਬਦ ਬੋਲਿਆ ਜਾ ਰਿਹਾ, ਹਿਰਦੇ 'ਚ ਹੈ ਹੀ ਨਹੀਂ, ਮੰਗਣ ਖਾਤਰ ਬੋਲਦੇ ਆ, ਉਹ ਉੱਦਮ ਛੱਡ ਦਿੱਤਾ ਹੋਇਆ। ਇੱਕ ਸ਼ਬਦ ਦਾ ਬਹੁਤ ਗਹਿਰਾ ਮਤਲਬ, ਸਾਰਾ ਕੁਛ ਕੰਮਕਾਰ ਕਰਦੇ ਹੋਏ, ਮਾਇਆ 'ਚ ਰਹਿੰਦੇ ਹੋਏ ਇੱਕ ਸ਼ਬਦ ਪਰ ਆਉਣਾ, ਜੇ ਗੁਰੂ ਕਿਰਪਾ ਕਰ ਦੇਵੇ, ਇਹ ਕੋਈ ਸੌਖੀ ਗੱਲ ਨਹੀਂ। ਉਹ ਜਿਹੜਾ ਮੰਗਣ ਵਾਲਾ ਵਿਹਾਰ ਹੈ ਇੱਕ ਸ਼ਬਦ ਬੋਲ ਕੇ, ਉਹ ਨਹੀਂ ਠੀਕ ਹੈ, ਉਹ ਨਕਲੀ ਹੈ। ਹਰ ਬਿਨ ਭਰਮ ਭੁਲਾਨੇ ਅੰਧਾ, ਜਾਂ ਪੈ ਜਾਓ ਆਪ ਛੁਟਕਾਵਨ ਤੇ ਬੰਦੇ ਬਹੁ ਬੰਦਾ। ਕਹਿੰਦੇ ਹਰੀ ਤੋਂ ਬਿਨਾਂ ਭੁੱਲੇ ਹੋਏ ਲੋਕ, ਭਰਮ ਵਿੱਚ ਪਏ ਹੋਏ ਅੰਨੇ ਹਿਆਉ ਦੇਰ ਨੇ। ਜਾਂ ਪੈ ਜਾਓ ਆਪ ਛੁਟਕਾਵਾ, ਜਿਹਨਾਂ ਜਿੱਥੇ ਵੀ ਜਾਂਦੇ ਕਿਸੇ ਡੇਰੇ 'ਚ ਵੀ ਸਾਡਾ ਛੁਟਕਾਰਾ ਹੋ ਜਾਊਗਾ, ਉਹ ਸਗੋਂ ਸਾਡੇ ਨਾਲੋਂ ਵੀ ਜ਼ਿਆਦਾ ਬੰਨਿਆ ਵਾ ਹੁੰਦਾ ਡੇਰੇਦਾਰ। ਜਿੱਥੋਂ ਆਪਾਂ ਨਾਮ ਦੀ ਆਸ ਕਰਦੇ ਹਾਂ, ਉਹ ਸਾਡੇ ਨਾਲੋਂ ਵੀ ਜ਼ਿਆਦਾ ਬੰਨਿਆ ਵਾ ਹੁੰਦਾ। ਆਪਾਂ ਸਿੱਧੇ ਹੱਥ ਰੋਟੀ ਖਾਂਦੇ, ਉਹ ਸਿਰ ਦੇ ਉੱਪਰ ਨੂੰ ਘੁਮਾ ਕੇ ਖਾਂਦੇ, ਉੱਲੂ ਬਣਾ ਕੇ ਲੋਕਾਂ ਨੂੰ ਰਹਾਓ। ਜਹਿਤੇ ਉਪਜੀ ਤਹੀਂ ਸਮਾਨੀ, ਇਹ ਵਿਦ ਵਿਸਰੀ ਤਬ। ਜਿੱਥੇ ਤੇ ਇਹ ਪੈਦਾ ਹੋਈ ਹੈ ਉੱਥੇ ਇਹ ਸਮਾਉਂਦੀ ਹੈ ਜਾ ਕੇ, ਜਿਹੜਾ ਸਾਡੀ ਦੇਹੀ ਹੈ। ਇਹ ਵਿਦ ਜਿਹੜੀ ਹੈਗੀ ਹੈ ਸਾਨੂੰ ਵਿਸਰੀ ਹੋਈ, ਇਹ ਗੱਲ ਦੀ ਸਮਝੇ ਨਹੀਂ ਵੀ ਜਿੱਥੇ ਤੇ ਪੈਦਾ ਹੋਈ ਹੈ ਉਹਦੇ ਵਿੱਚ ਇਹ ਸਮਾਉਣਾ ਇਹਨੇ, ਉਹਨੂੰ ਛੱਡਿਆ ਹੋਇਆ, ਦੂਜੇ ਪਾਸੇ ਲੱਗੀ ਹੋਈ। ਪੰਡਿਤ ਗੁਣੀ ਸੂਰ ਹਮ ਦਾਤੇ, ਇਹ ਕਹੇ ਬੜ ਹਮਨੀ। ਬੜੇ ਬੜੇ ਪੰਡਿਤ, ਪੰਡਿਤ ਦਾ ਮਤਲਬ ਹੈ ਗਿਆਨਵਾਨ, ਗੁਣੀ, ਸੂਰਮੇ, ਦਾਤੇ, ਇਹ ਸਭ ਆਏ ਕਹਿੰਦੇ ਆ ਵੀ ਅਸੀਂ ਉਹ ਵੱਡੇ। ਇਹ ਕਹੇ ਬੜ ਹਮ, ਜਿਹਦੇ ਜਿੱਥੇ ਜਾ ਕੇ ਸਮਾਉਣਾ, ਜਿੱਥੋਂ ਪੈਦਾ ਹੋਏ ਉਹਦੀ ਗੱਲ ਕੋਈ ਕਰਦਾ ਹੀ ਨਹੀਂ। ਪੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਜਿਸੇ ਬੁਝਾਏ ਸੋਈ ਬੁਝੈ, ਬਿਨ ਬੁਝੇ ਕਿਉਂ ਰਹੀਏ। ਕਹਿੰਦੇ ਜਿਹਦੇ ਉੱਪਰ ਕਿਰਪਾ ਹੁੰਦੀ ਹੈ, ਜਿਹਨੂੰ ਬੁਝਾਉਂਦਾ ਹੈ ਉਹੀ ਬੁਝ ਸਕਦਾ ਇਸ ਗੱਲ ਨੂੰ, ਦੂਜਾ ਨਹੀਂ ਬੁਝ ਸਕਦਾ। ਔਰ ਬਿਨਾਂ ਬੁਝੇ ਤੋਂ ਰਹਿ ਨਹੀਂ ਸਕਦਾ, ਪਾਰ ਉਤਾਰਾ ਨਹੀਂ ਹੁੰਦਾ। ਸਤਿਗੁਰ ਮਿਲੇ ਅੰਧੇਰਾ ਚੁੱਕੈ, ਇਨ ਵਿਦ ਮਾਨਕ ਲਈਏ। ਸਤਿਗੁਰੂ ਦੇ ਮਿਲਾਪ ਦੇ ਨਾਲ ਸਾਡੇ ਮਨ ਦਾ ਅੰਧੇਰਾ ਖਤਮ ਹੋ ਜਾਂਦਾ, ਫਿਰ ਉਹ ਮਾਨਕ ਮੋਤੀ ਪਰਮਾਤਮਾ ਰੂਪੀ ਉਹ ਤਾਂ ਪ੍ਰਾਪਤ ਹੁੰਦਾ, ਹਨੇਰਾ ਦੂਰ ਹੋਣ ਤੋਂ, ਭਰਮ ਦੂਰ ਹੋਣ ਤੋਂ। ਤਜ ਬਾਵੇ ਦਾਹਿਨੇ ਵਿਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ। ਕਹਿੰਦੇ ਸੱਜੇ ਖੱਬੇ ਜਾਣਾ ਛੱਡ ਦੇ, ਦਾਹਿਨਾ ਸੱਜਾ, ਬਾਵਾ ਖੱਬਾ, ਵਿਕਾਰਾਂ ਨੂੰ ਛੱਡ ਦੇ, ਸੱਜੇ ਖੱਬੇ ਜਾਣ ਕੇ ਜਾ ਕੇ ਹਰੀ ਦੇ ਪਦ ਨੂੰ ਦ੍ਰਿੜ ਕਰ ਲੈ, ਵਾਹਿਗੁਰੂ ਸ਼ਬਦ ਦੇ ਉੱਤੇ ਟੇਕ ਲਿਆ, ਆਲੇ ਦੁਆਲੇ ਦੀਆਂ ਗੱਲਾਂ ਛੱਡ ਦੇ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਬੀਰ ਜੀ ਫਰਮਾਉਂਦੇ ਆ ਵੀ ਜੇ ਗੂੰਗਾ ਗੁੜ ਖਾਂਦਾ ਹੈ ਉਹ ਬੋਲ ਤਾਂ ਸਕਦਾ ਨਹੀਂ, ਕਿਆ ਦੱਸੂਗਾ।
ਪੁੱਛ ਲਓ ਉਹਨੂੰ ਕਿਆ ਕਹੂਗਾ। ਉਂਝ ਇਸ਼ਾਰੇ ਤਾਂ ਕਰੂਗਾ ਪਰ ਉਹ ਦੱਸ ਕੁਝ ਨਹੀਂ ਸਕਦਾ। ਤੋ ਇਹ ਜਿਹੜਾ ਪਰਮਾਤਮਾ ਰੂਪੀ ਰਸ ਹੈ, ਪਿਰਮ ਰਸ ਹੈ, ਇਹ ਇਸ ਤਰ੍ਹਾਂ ਦਾ ਹੀ ਬਿਆਨ ਕਰਨਾ ਔਖਾ ਹੈ। ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਦੱਸਿਆ ਜਾਣਾ ਬੜਾ ਔਖਾ ਹੈ। ਕੁਛ ਦੱਸਿਆ ਤਾਂ ਗਿਆ ਹੈ, ਗੁਰਬਾਣੀ ਵੀ ਉਹੀ ਚੀਜ਼ ਹੈ। ਹਰੀ ਦੀਆਂ ਦਰ ਦੀਆਂ ਬਾਤਾਂ ਗੁਰਬਾਣੀ 'ਚ ਪਾਈਆਂ ਹੋਈਆਂ, ਜੋ ਕੁਛ ਉੱਥੇ ਹੁੰਦਾ ਉਹੀ ਦੱਸਿਆ ਹੋਇਆ, ਪਰ ਪੂਰਾ ਨਹੀਂ ਦੱਸਿਆ ਜਾ ਸਕਦਾ। ਕਿਉਂਕਿ ਸਾਗਰ ਦਾ ਥੋ ਕੋਈ ਵੀ ਮੱਛੀ ਨਹੀਂ ਪਾ ਸਕਦਾ, ਇਹ ਤਾਂ ਉਹੀ ਜਾਣਦਾ ਹੈ। ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੈ, ਇਹਦਾ ਬਿਆਨ ਕਰਨਾ ਬਹੁਤ ਔਖਾ। ਸਾਧ ਸੰਗਤ ਜੀ, ਉਹ ਵਿਚਾਰ ਨੂੰ ਤਾਂ ਇੱਥੇ ਵਿਰਾਮ ਦਈਏ। ਹੋਰ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ। ਗੁਰਮਤਿ ਦਾ ਬਹੁਤ ਬੜਾ ਫਲਸਫਾ ਉਹਦੇ ਵਿੱਚ ਛੁਪਿਆ ਹੋਇਆ, ਧਿਆਨ ਨਾਲ ਸੁਣਿਓ। ਸਾਧ ਸੰਗਤ ਜੀ, ਆਪਾਂ ਗੁਰਬਾਣੀ ਦੇ ਕਿਸੇ ਇੱਕ ਸ਼ਬਦ ਤੋਂ ਜਾਂ ਇੱਕ ਤੁਕ ਤੋਂ ਲੈ ਕੇ ਇੱਕ ਨਤੀਜਾ ਕੱਢ ਲੈਂਦੇ ਹਾਂ ਵੀ ਗੁਰਬਾਣੀ ਇੱਦਾਂ ਕਹਿੰਦੀ। ਅੱਜ ਦੀ ਵਿਚਾਰ 'ਚੋਂ ਦੇਖਿਓ ਵੀ ਉਹ ਕਿੰਨਾ ਕੁ ਸਹੀ ਹੈ, ਕਿੰਨਾ ਨਹੀਂ ਹੈ। ਆਪਾਂ ਅਕਸਰ ਕਹਿੰਦੇ ਪ੍ਰਹਲਾਦ ਜਨ ਕੇ 21 ਕੁਲ ਉਧਾਰੇ, ਗੁਰਬਾਣੀ ਦਾ ਸ਼ਬਦ ਹੈ। ਸਾਰਾ ਸਿੱਖ ਜਗਤ ਇਹੀ ਮੰਨੀ ਬੈਠਾ ਵੀ 21 ਕੁਲਾਂ ਦਾ ਆਧਾਰ ਹੋ ਜਾਂਦਾ, 7 ਸਹੁਰਿਆਂ ਦੀਆਂ, 7 ਪੇਕਿਆਂ ਦੀਆਂ, 7 ਨਾਨਕਿਆਂ ਦੀਆਂ। ਪੇਕੇ ਮਤਲਬ ਦਾਦਕੇ, ਵੀ ਇਹ 21 ਕੁਲਾਂ ਦਾ ਆਧਾਰ ਹੋ ਜਾਂਦਾ। ਇਹ ਖਿਆਲ ਕਿੱਥੋਂ ਆ ਰਿਹਾ? ਇਹ ਸਾਡੇ ਸਨਾਤਨੀ ਮਤ 'ਚੋਂ ਆਇਆ। ਹੁਣ ਇਹੀ ਸਹੀ ਹੈ ਜਾਂ ਇਹਦੇ ਨਾਲ ਕੁਛ ਗੱਲ ਹੋਰ ਹੈ, ਉਹ ਆਪਾਂ ਗੁਰਬਾਣੀ 'ਚੋਂ ਵਿਚਾਰਦੇ ਵੀ ਕਿਆ 21 ਦਾ ਹੀ ਆਧਾਰ ਹੁੰਦਾ, ਬਾਕੀਆਂ ਦਾ ਨਹੀਂ ਹੁੰਦਾ। ਉਹ ਗੱਲ ਕਰਨੀ। ਦੇਖੋ ਸਾਧ ਸੰਗਤ ਜੀਓ, ਗੁਰਬਾਣੀ 'ਚ ਵਚਨ ਹੈ, ਬ੍ਰਾਹਮਣ ਬੈਸ ਸੂਦ ਅਰ ਖੱਤਰੀ, ਡੋਮ ਚੰਡਾਰ ਮਲੇਸ਼ ਮਨ ਸੋਏ, ਹੋਏ ਪੁਨੀਤ ਭਗਵੰਤ ਭਵੰਤੇ ਆਪ ਤਾਰੇ ਕੁਲ ਦੋਏ। ਇਹ ਜਿਹੜੇ ਬ੍ਰਾਹਮਣ ਬੈਸ ਸੂਦ ਔਰ ਖੱਤਰੀ ਨੇ, ਡੋਮ ਚੰਡਾਰ ਹੈ, ਮਲੇਸ਼ ਹੈ, ਭਗਵੰਤ ਦਾ ਭਜਨ ਕਰਨ 'ਤੇ, ਭਗਵੰਤ ਦੀ ਭਗਤੀ ਕਰਨ 'ਤੇ ਪਵਿੱਤਰ ਹੋ ਜਾਂਦੇ, ਆਪ ਵੀ ਤਾਰੇ ਤਰ ਜਾਂਦੇ ਹਾਂ ਅਤੇ ਤਾਰੇ ਕੁਲ ਦੋਏ ਕੁਲਾਂ ਨੂੰ ਵੀ ਤਾਰਦੇ ਜਾਂਦੇ, ਦਾਦਕੇ ਨਾਨਕਿਆਂ ਦੀਆਂ। ਇੱਥੇ 2 ਕੁਲਾਂ ਦੀ ਗੱਲ ਹੋ ਰਹੀ ਹੈ। ਫਿਰ ਅੱਗੇ ਆ ਜਾਓ, ਸਗਲੀ ਕੁਲਾਂ ਕਾ ਕੁਲ ਹੈ ਸਮੂਹ ਸਗਲ ਉਧਾਰੇ। ਮਹੱਲਾ 5ਵਾਂ ਗਾਥਾ ਵਿੱਚ ਜ਼ਿਕਰ ਆਉਂਦਾ, ਕੁਲ ਹੈ ਸਮੂਹ ਸਗਲ ਉਧਾਰੇ। ਤੋ ਸਗਲ ਉਦਾਹਰਨ ਸਾਰੀਆਂ ਕੁਲਾਂ ਦਾ ਆਧਾਰ ਹੋ ਜਾਂਦਾ। ਹੁਣ ਕਿਹੜੀ 21 ਦੀ ਗੱਲ ਰਹਿ ਗਈ? ਅੱਗੇ ਆ ਜਾਓ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਪਵਿੱਤਰ ਵਚਨ ਹੈ ਗੁਰਬਾਣੀ ਦਾ ਵੀ ਸਾਰੀ ਸ੍ਰਿਸ਼ਟੀ ਨੂੰ ਤਾਰਨ ਖਾਤਰ ਹੁਣ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ। ਧੰਨ ਗੁਰੂ ਅਮਰਦਾਸ ਜੀ। ਇੱਥੇ ਸਾਰੀ ਸ੍ਰਿਸ਼ਟੀ ਦੇ ਤਾਰਨ ਦੀ ਬਾਤ ਆ ਰਹੀ ਹੈ। ਕੁੱਲ ਸਮੂਹ ਸਮੁੱਦਰੇ ਪਾਇਓ ਨਾਮ ਨਿਵਾਸ। ਕਹਿੰਦੇ ਨਾਮ ਦਾ ਨਿਵਾਸ ਅੰਦਰ ਹੋਣ ਨਾਲ, ਨਾਮ ਪ੍ਰਗਟ ਹੋਣ ਨਾਲ ਸਾਰੀਆਂ ਕੁਲਾਂ ਦਾ ਸਮੂਹ, ਸਾਰੀਆਂ ਸਮੁੱਚੀਆਂ ਸਭ ਦਾ ਆਧਾਰ ਹੋ ਜਾਂਦਾ। ਫਿਰ 21 ਦੀ ਗੱਲ ਕਿੱਥੇ ਰਹਿ ਗਈ? 2 ਕੁਲਾਂ ਦੀ ਗੱਲ ਕਿੱਥੇ ਰਹਿ ਗਈ? ਸਾਰੀਆਂ ਕੁਲਾਂ ਦਾ ਆਧਾਰ। ਨਾਮੇ ਉਧਰੇ ਕੁਲ ਸਵਾਈ, ਇਹ ਵੀ ਗੁਰਬਾਣੀ ਦਾ ਸ਼ਬਦ ਹੈ। ਨਾਮ ਦੇ ਨਾਲ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਂਦਾ। ਫਿਰ ਉਹੀ ਬਾਤ ਆ ਰਹੀ, ਨਾਮ ਰੱਤੇ ਕੁਲਾਂ ਕਾ ਕਰੈਂ ਉਧਾਰ। ਜਿਹੜੇ ਨਾਮ ਨਾਲ ਰੱਤੇ ਜਾਂਦੇ ਉਹ ਕੁਲਾਂ ਦਾ ਆਧਾਰ ਕਰਦਾ। ਕੋਈ 1 ਤੋਂ 2 ਕੁਲਾਂ, ਕੋਈ 21 ਕੁਲਾਂ, ਐਸੀ ਗੱਲ ਨਹੀਂ ਹੈ। ਸਾਰੀਆਂ ਕੁਲਾਂ ਦਾ ਆਧਾਰ ਹੋ ਜਾਂਦਾ। ਇਹ ਹੈ ਸਮਗਰਤਾ ਗੁਰਬਾਣੀ ਦੀ। ਹਰ ਚੀਜ਼ ਇਸ ਤਰ੍ਹਾਂ ਹੀ ਹੈ। ਜੇ ਟੋਟੈਲਿਟੀ ਵੀ ਜਾਵਾਂਗੇ ਫਿਰ ਮਨ ਨੂੰ ਪਤਾ ਲੱਗਦਾ ਵੀ ਅਸਲ 'ਚ ਗੁਰਬਾਣੀ ਕਹਿਣਾ ਕਿਆ ਚਾਹੁੰਦੀ। ਇੱਕ ਸ਼ਬਦ ਤੋਂ ਜੇ ਆਪਾਂ ਪੜ੍ਹਾਂਗੇ, ਜਿਵੇਂ ਆਪਣਾ ਪ੍ਰਚਲਿਤ ਗੱਲ ਹੈ ਵੀ ਨਾਮੇ ਦੀਆਂ 21 ਕੁਲਾਂ ਦਾ, ਨਾਮਦੇਵ ਜੀ ਦੀਆਂ 21 ਕੁਲਾਂ ਦਾ ਆਧਾਰ ਹੋ ਗਿਆ, ਉਹੀ ਗੱਲ ਆਪਣੇ ਮਨ 'ਚ ਬੈਠੀ। ਨਹੀਂ, ਨਾਮਦੇਵ ਨਹੀਂ, ਪ੍ਰਹਲਾਦ ਭਗਤ ਦੇ। ਪ੍ਰਹਲਾਦ ਜਨ ਕੇ 21 ਕੁਲ ਉਧਾਰੇ, ਵੀ ਭਗਤ ਪ੍ਰਹਲਾਦ ਦੀਆਂ 21 ਕੁਲਾਂ ਦਾ ਆਧਾਰ ਹੋ ਗਿਆ। ਇਹੀ ਗੱਲ ਬੈਠੀ ਹੋਈ ਹੈ ਸਭ ਦੇ ਦਿਲੋਂ ਦਿਮਾਗ 'ਚ। ਪਰ ਗੁਰਬਾਣੀ ਤਾਂ ਇਸ ਤੋਂ ਵੀ ਅੱਗੇ ਫਰਮਾ ਰਹੀ ਹੈ ਵੀ ਸਾਰੀਆਂ ਕੁਲਾਂ ਦਾ, ਸਾਰੀ ਸ੍ਰਿਸ਼ਟੀ ਦਾ ਹੀ ਆਧਾਰ ਹੋ ਜਾਂਦਾ ਜੇ ਨਾਮ ਨਾਲ ਜੁੜ ਜੇ ਬੰਦਾ। ਕੋਈ ਗਿਣਤੀ ਵਾਲੀ ਗੱਲ ਹੈ ਹੀ ਨਹੀਂ ਇਹਦੇ 'ਚ। ਸਭ ਦਾ ਕੁੱਲ ਜਿੰਨਾ ਵੀ ਕੁਛ ਹੈ, ਜਿਹੜਾ ਵੀ ਨਾਮ ਨਾਲ ਜੁੜ ਗਿਆ ਉਹਦਾ ਆਧਾਰ ਹੋਊਗਾ।
ਜਿਹੜਾ ਨਾਮ ਨਾਲ ਨਹੀਂ ਜੁੜਦਾ ਉਹ ਚਾਹੇ ਆਪਣੇ ਕੁਲ ਵਿੱਚ ਹੀ ਹੈ, ਉਹਨੂੰ ਗੁਰਬਾਣੀ ਬੇਮੁਖ ਵੀ ਫਰਮਾਉਂਦੀ ਹੈ। ਗੁਰੂ ਘਰ 'ਚ ਵੀ ਐਸਾ ਹੁੰਦਾ ਹੈ, ਕਿਆ ਕਿਆ ਕੁਛ ਨਹੀਂ ਕਰਿਆ ਫਿਰਤੀ ਨੇ। 3-4 ਵਾਰ ਤਾਂ ਗੁਰੂ ਆਪਣਾ ਹਰਗੋਬਿੰਦ ਸਾਹਿਬ ਨੂੰ ਜਦੋਂ ਉਹ ਬਾਲ ਰੂਪ ਸੀਗੇ, ਉਹਨਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕਰੀ, ਹਾਲਾਂਕਿ ਤਾਇਆ ਲੱਗਦਾ ਸੀ ਰਿਸ਼ਤੇ, ਕੁੱਲ ਤਾਂ ਉਹੀ ਸੀਗੀ। ਉਹ ਇਹ ਐਸੀ ਗੱਲ ਗੁਰਬਾਣੀ ਦੇ ਪੜ੍ਹ ਕੇ ਤਾਂ ਫਿਰ ਤਾਂ ਹੀ ਚਾਨਣਾ ਹੁੰਦਾ ਅੰਦਰ ਸਾਰਾ ਹੀ, ਜੇ ਸਮੱਗਰਤਾ ਵਿੱਚ ਜਾ ਕਮ ਸੇ ਕਮ ਸੁਣ ਲਵੇ ਸਾਰੀ ਸਮੱਗਰਤਾ ਵਿਚਾਰ ਗੁਰਬਾਣੀ ਦੀ। ਭਾਈ ਰਣਜੀਤ ਸਿੰਘ ਜੀ ਜਿਹੜਾ ਜ਼ਿਕਰ ਕਰਦੇ ਉਹਨੇ ਵੀ ਸੰਥਿਆ ਨੂੰ ਪੂਰੀ ਸੁਣ ਲਓ ਜਾਂ ਕਰ ਲਓ ਵਿਚਾਰ, ਫਿਰ ਪਤਾ ਚੱਲੇਗਾ। ਹਰ ਇੱਕ ਇਸ਼ੂ ਇਸ ਤਰ੍ਹਾਂ ਹੀ, ਵੇਦਾਂ ਦਾ ਜ਼ਿਕਰ ਆਉਂਦਾ, ਕਿਤੇ ਵੇਦਾਂ ਦੀ ਵਡਿਆਈ ਵੀ ਆਈ ਹੋਈ ਹੈ, ਕਿਤੇ ਕਿਤੇ ਵੇਦਾਂ ਨੂੰ ਕਿਹਾ ਗਿਆ ਵੀ ਇਹਨਾਂ 'ਚੋਂ ਕੁਛ ਪ੍ਰਾਪਤੀ ਨਹੀਂ ਹੋਣਾ, ਇਹ ਤਾਂ ਇੱਕ ਤਰ੍ਹਾਂ ਵਧਾਈ ਚੜ੍ਹਾਈ ਹੋਈ ਗੱਲ ਹੈ। ਕਿਤੇ 4 ਵੇਦਾਂ ਦੀ ਗੱਲ ਆਉਂਦੀ ਹੈ, ਕਿਤੇ ਬਹੁਤ ਸਾਰੇ ਵੇਦਾਂ ਦੀ, ਕੋਟ ਵੇਦਾਂ ਦੀ ਗੱਲ ਵੀ ਆਉਂਦੀ ਹੈ ਗੁਰਬਾਣੀ 'ਚ। ਯੁੱਗ ਵੀ ਇਸ ਤਰ੍ਹਾਂ ਹੀ ਹੈ, 4 ਯੁੱਗਾਂ ਦੀ ਗੱਲ ਵੀ ਆਉਂਦੀ ਹੈ, ਪਰ ਕਲਪਾਂ ਦੀ ਗੱਲ ਆਉਂਦੀ ਹੈ। ਇੱਕ ਕਲਪ ਵਿੱਚ ਕਿੰਨੇ ਕਿੰਨੇ ਯੁੱਗ ਹੁੰਦੇ ਆ, ਫਿਰ ਕੋਟ ਕਲਪ ਕਰੋੜਾਂ ਹੀ ਯੁੱਗ ਬਣ ਜਾਂਦੇ। ਇਸ ਤਰ੍ਹਾਂ ਹੀ ਅਵਤਾਰਾਂ ਦੀ ਗੱਲ ਹੈ, 10 ਦੀ ਜਾਂ 24 ਅਵਤਾਰਾਂ ਦੀ ਗੱਲ ਹੈ, ਪਰ ਗੁਰਬਾਣੀ 'ਚ ਕੋਟ ਅਵਤਾਰਾਂ ਦੀ ਗੱਲ ਵੀ ਹੋ ਰਹੀ ਹੈ। ਸੋ ਸਮੱਗਰਤਾ ਦੇ ਵਿੱਚ ਜਦ ਜਾਂਦੇ ਆ ਫਿਰ ਗੁਰਬਾਣੀ ਦੀ ਸਮਝ ਪੈਂਦੀ। ਇੱਕ ਤੁਕ ਤੋਂ ਜਾਂ ਇੱਕ ਸ਼ਬਦ ਤੋਂ ਸਹੀ ਸਮਝ ਨਹੀਂ ਪੈਂਦੀ, ਹਾਲਾਂਕਿ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ। ਉਹਦਾ ਭਾਵ ਇਹ ਹੈ ਵੀ ਗੁਰਬਾਣੀ ਦੇ ਅੱਖਰਾਂ ਦੇ ਪਿੱਛੇ ਜਿਹੜਾ ਵੀ ਭਾਵ ਹੈ ਉਹ ਸੱਚ ਹੈ। ਉਹਨੂੰ ਆਪਾਂ ਨਾਲ ਰਲਾ ਕੇ ਦੇਖਣਾ ਦੂਜੇ ਸ਼ਬਦ, ਫਿਰ ਪਤਾ ਚੱਲਦਾ ਵੀ ਅਸਲ 'ਚ ਗੁਰਬਾਣੀ ਕਹਿੰਦੀ ਕਿਆ, ਗੁਰਬਾਣੀ ਸਾਨੂੰ ਫਰਮਾਉਂਦੀ ਕਿਆ। ਇੱਕ ਹੋਰ ਤੁਕ ਆਉਂਦੀ ਸਾਧ ਸੰਗਤ ਜੀ, ਗੁਰ ਸੇਵਾ ਤੇ ਸਭ ਕੁਲ ਉਧਾਰੇ। ਗੁਰੂ ਦੀ ਸੇਵਾ ਤੋਂ ਸਾਰੀਆਂ ਕੁਲਾਂ ਦਾ ਆਧਾਰ ਹੋ ਜਾਂਦਾ। ਹੁਣ ਸਾਰੀਆਂ ਦੇ ਵਿੱਚ 3 ਲਾ ਲਓ, 21 ਲਾ ਲਓ, ਭਾਵੇਂ ਹੋਰ ਜ਼ਿਆਦਾ ਲਾ ਲਓ, ਸਾਰੀਆਂ ਕੁਲਾਂ ਜਿੰਨੀਆਂ ਵੀ ਹੋਣ ਸਾਰੀਆਂ ਦਾ ਆਧਾਰ ਹੋ ਜਾਂਦਾ। ਤੋ ਗਿਣਤੀ ਦੀ ਇੱਥੇ ਕੋਈ ਗੱਲ ਨਹੀਂ ਹੈ, ਗੱਲ ਹੈ ਵੀ ਜਿਹੜਾ ਨਾਮ ਨਾਲ ਜੁੜ ਗਿਆ ਉਹਦਾ ਆਧਾਰ ਹੋਣਾ ਹੀ ਹੋਣਾ। ਜੇ ਉਹ ਕੁਲ ਵਿੱਚੋਂ ਵੀ ਨਹੀਂ ਹੈ ਉਹਦਾ ਵੀ ਆਧਾਰ ਹੋਣਾ। ਕੁਲ ਦਾ ਮਤਲਬ ਜਿਵੇਂ ਆਪਾਂ ਸਮਝਦੇ ਨਾ ਵੀ ਜੇ ਗੋਤ ਹੁੰਦਾ ਉਹਨੂੰ ਕੁਲ ਕਹਿ ਦਿੰਦੇ, ਉਹ ਚੀਜ਼ ਨਹੀਂ ਹੋ ਰਿਹਾ। ਨਾਮ ਨਾਲ ਜਿਹੜਾ ਜੁੜ ਗਿਆ ਬੇਸਿਕ ਸਿਧਾਂਤ ਹੈ, ਕੁਲ ਕੋਈ ਵੀ ਹੋਵੇ ਉਹਦਾ ਆਧਾਰ ਹੋਏ। ਛੱਤਰੀ ਹੋਵੇ, ਸੂਦਰ ਹੋਵੇ, ਬੈਸ ਹੋਵੇ, ਡੋਮ ਹੋਵੇ, ਚੰਡਾਲ ਹੋਵੇ, ਮਲੇਸ਼ ਹੋਵੇ, ਕੁਛ ਵੀ ਹੋਵੇ ਉਹਦਾ ਆਧਾਰ ਹੋਵੇ। ਵਾਂਤੇ ਉੱਤਮ ਗਨੋ ਚੰਡਾਲਾ, ਨਾਨਕ ਜਿਹੇ ਮਨ ਬਸੈ ਗੋਪਾਲਾ। ਹੋਰਾਂ ਨਾਲੋਂ ਉਹ ਚੰਡਾਲ ਵੀ ਚੰਗਾ ਜਿਹਦੇ ਮਨ 'ਚ ਗੋਪਾਲ ਵਸਦਾ। ਉਹ ਕੀੜੀ ਵੀ ਚੰਗੀ ਹੈ ਜਿਹੜੀ ਰੱਬ ਦੇ ਨਾਂ ਨਾਲ ਜੁੜੀ ਹੋਈ ਹੈ। ਉਹ ਪੰਛੀ ਵੀ ਚੰਗੇ ਆ ਜਿਹੜੇ ਕੰਕਰ ਪੱਥਰ ਚੁਗਦੇ ਆ ਅਤੇ ਰੱਬ ਦਾ ਨਾਂ ਯਾਦ ਕਰਦੇ ਹੁੰਦੇ। ਜਿਵੇਂ ਘੁੱਗੀ ਕਹਿੰਦੀ ਹੁੰਦੀ ਹੈ, ਹੇ ਦਾਤਾ, ਹੇ ਦਾਤਾ, ਇਸ ਤਰ੍ਹਾਂ ਧੰਨ ਤੇਰੀ ਕੁਦਰਤ, ਧੰਨ ਤੇਰੀ ਕੁਦਰਤ। ਤਿੱਤਰ ਇਸ ਤਰ੍ਹਾਂ ਬੋਲਦਾ ਪ੍ਰਤੀਤ ਹੁੰਦਾ। ਖੂਹ ਦਾ ਜਿਹੜਾ ਕੁੱਤਾ ਹੁੰਦਾ ਹਟ ਦਾ, ਉਹ ਵੀ ਪਰਮਾਤਮਾ ਦਾ ਨਾਮ ਲੈਂਦਾ ਪ੍ਰਤੀਤ ਹੁੰਦਾ। ਹਰ ਹਟ ਪੀਤ ਤੂੰ ਤੂੰ ਕਰ, ਬੋਲੇ ਭਲੀ ਬਾਂਗ। ਤੋ ਇਹਦੇ 'ਚ ਸਾਧ ਸੰਗਤ ਜੀ ਇੱਕ ਬਾਤ ਜ਼ਰੂਰ ਸਮਝਣ ਵਾਲੀ ਹੈ ਬਈ 3 ਗੁਣਾਂ ਵਿੱਚ ਗੱਲ ਹੋਰ ਹੈ, ਅਤੇ ਜਿਹੜਾ ਰੂਹਾਨੀ ਗੱਲ ਹੈ ਚੌਥੇ ਗੁਣ 'ਚ, ਉੱਥੇ ਬਾਤ ਹੋਰ ਹੋ ਜਾਂਦੀ ਹੈ। ਆਪਾਂ 3 ਗੁਣਾਂ ਵਿੱਚ ਸਮਝ ਲੈਂਦੇ ਚੌਥੇ ਵਾਲੀ ਨੂੰ, ਇੱਥੇ ਫਰਕ ਪੈ ਜਾਂਦਾ ਫਿਰ ਸੋਚਣੇ ਦਾ, ਬੁੱਝਣੇ ਦਾ ਫਰਕ ਤਾਂ ਪੈਂਦਾ। ਕਿਵੇਂ? ਹੁਣ ਆਪਾਂ ਦੂਜੇ ਦੀ ਗੱਲ ਸਮਝਦੇ ਹਾਂ ਵੀ ਗੁਰਬਾਣੀ ਕਹਿੰਦੀ ਹੈ ਵੀ ਦੂਜੇ ਨੂੰ ਛੱਡ ਕੇ ਇੱਕ 'ਚ ਆਉਣਾ, ਇਹ 3 ਗੁਣਾਂ ਦੀ ਗੱਲ ਹੈ। ਬੰਦੇ ਨੂੰ ਸਮਝਾਇਆ ਹੋਇਆ ਵੀ ਦੂਜਿਆਂ ਨੂੰ ਛੱਡ ਇੱਕ ਦੇ ਨਾਲ ਜੁੜ ਜਾ, ਲੇਕਿਨ ਜਦ ਜੁੜ ਗਿਆ ਫਿਰ ਉਹ ਜਿਹੜਾ ਦੂਜਾ ਉਹ ਵੀ ਪਰਮਾਤਮਾ ਹੀ ਪ੍ਰਤੀਤ ਹੁੰਦਾ, ਫਿਰ ਦੂਜਾ ਰਹਿ ਹੀ ਨਹੀਂ ਜਾਂਦਾ। ਮਾਇਆ ਔਰ ਬ੍ਰਹਮ ਸਮ 10ਵਾਂ ਦੁਆਰ ਕਾ, ਜਦ 10ਵਾਂ ਦੁਆਰ ਖੁੱਲ੍ਹ ਗਿਆ ਯਾਨੀ ਨਾਮ ਦੀ ਪ੍ਰਾਪਤੀ ਹੋ ਗਈ, ਆਨੰਦ ਚੱਲ ਪਿਆ, ਦਰਸ਼ਨ ਹੋ ਗਏ ਪਰਮਾਤਮਾ ਦੇ, ਫਿਰ ਮਾਇਆ ਬ੍ਰਹਮ ਹੀ ਪ੍ਰਤੀਤ ਹੋ ਗਈ। ਸਭ ਤੂੰ ਹੀ ਹੈ, ਸਭ ਤੂੰ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅਵਸਥਾ ਤਾਂ ਬਣ, ਉਹ ਚੌਥੇ ਪਦ ਦੀ ਅਵਸਥਾ। ਆਪੇ ਬਛਰੂ ਗਊ ਖੀਰ, ਆਪੇ ਮੰਦਰ ਥੰਮ ਸਰੀਰ। ਫਿਰ ਸਭ ਕੁਛ ਉਹੀ ਹੈ ਤਾਂ ਇਹ ਮਾਇਆ ਸਾਰੀ, ਬਛਰੂ ਵੀ, ਗਊ ਵੀ, ਦੁੱਧ ਵੀ, ਇਹ ਮਾਇਆ ਨਹੀਂ। ਥੰਮ ਔਰ ਸਰੀਰ ਇਹ ਵੀ ਮਾਇਆ ਸਾਰੇ।
आपे फुल फल तरबर, सब कुछ आपे आप, आपे शाह आपे बनजारा, आपे बनज करदा आपे शाह है, पैसे धेले दिंदा, आपे कंडा तोल तराजी, भरा आपे तोल तुला। तो सारा कुछ परमात्मा ही है, शाह भी आप है, बनजारा भी आप है, जिहड़ा बनज हो रहा वो भी आप है, किसान भी आप है, खेती भी आप है, जिहड़ी फसल उगदी है वो भी आप है, तसाउंदा भी आप है, जमाउंदा भी आप है, खेती नूं परोसदा भी आप है, पकाउंदा भी आप है, खाने वाला भी आप है। ये उस अवस्था चों निकलदी गल कि जदों माया और ब्रह्म एक हो जाते। भाई गुरदास जी ने होर भी खोलिया, मायामयी है ब्रह्म, ब्रह्ममयी है माया, ब्रह्म विवेक टेकै एक है पहचाने। कहते मायामयी है ब्रह्म, परमात्मा भी मायामयी है और ब्रह्म भी मायामयी है, माया ब्रह्ममयी है। मतलब परमात्मा खुद मायामयी है और माया ब्रह्ममयी है। ये दो इको ही है, पर एक कदों प्रतीत होगी जो चौथा पद बनना, जो होमे टुटूगी बंदे। ये समझण वालियां बातां है, टोटैलिटी चों मिलदी। ਆਪਾਂ ਕਹਿ ਦਿੰਦੇ ਵੀ ਨਾ ਜੀ ਦੂਜੇ ਦੀ ਗੱਲ ਨਹੀਂ ਹੈ, ਇੱਕ ਦੀ ਗੱਲ ਠੀਕ ਹੈ, ਗੱਲ ਇਹ ਤਿੰਨਾਂ ਗੁਣਾਂ 'ਚ ਇਹੀ ਗੱਲ ਸੱਚੀ ਹੈ, ਪਰ ਚੌਥੇ 'ਚ ਇਹ ਸੱਚ ਨਹੀਂ ਹੈ। ਫਿਰ ਇਹ ਰਿਲੇਟਿਵਿਟੀ ਆ, ਆਇਨਸਟਾਈਨ ਦੀ ਥਿਊਰੀ ਹੈ, ਜਿਵੇਂ ਕਿਸੇ ਸੰਦਰਭ ਦੇ ਵਿੱਚ ਬਾਤ ਬਦਲ ਜਾਂਦੀ ਹੈ। ਜਿਵੇਂ ਇੱਕ ਦਿਨ ਅੱਗੇ ਵਿਚਾਰ ਕਰੀ ਸੀ ਵੀ ਧਰਤੀ ਦੇ ਉੱਤੇ ਚੜ੍ਹਦਾ ਔਰ ਛਿਪਦਾ ਸੂਰਜ ਨਜ਼ਰ ਆਉਂਦਾ, ਪਰ ਪੁਲਾੜ ਵਿੱਚ ਇਹ ਫਿਨੋਮੀਨਾ ਹੈ ਨਹੀਂ, ਉੱਥੇ ਉਹਦੇ ਰਿਲੇਸ਼ਨ ਵਿੱਚ ਗੱਲ ਹੋ ਰਹੀ ਹੈ। ਆਪਾਂ ਨੂੰ ਧਰਤੀ ਖੜੀ ਲੱਗਦੀ ਹੈ, ਚੰਦ ਸੂਰਜ ਘੁੰਮਦੇ ਲੱਗਦੇ, ਪੁਲਾੜ ਵਿੱਚ ਧਰਤੀ ਘੁੰਮਦੀ ਨਜ਼ਰ ਆਉਂਦੀ ਹੈ। ਇਹ ਹੈ ਜਿਹੜਾ ਰਿਲੇਟਿਵਿਟੀ ਦੀ ਸਿਧਾਂਤ ਹੈ, ਇਹ ਅੰਦਰ ਵੀ ਉਸ ਤਰ੍ਹਾਂ ਹੀ ਲਾਗੂ ਹੁੰਦਾ। ਆਪਣੇ ਜਿਹੜਾ ਅੰਦਰਲਾ ਮਨ ਹੈ ਜਾਂ ਹਿਰਦਾ ਹੈ, ਉੱਥੇ ਬਾਹਰ ਵਾਲੀਆਂ ਗੱਲਾਂ ਤੋਂ ਬਿਲਕੁਲ ਉਲਟ ਹੁੰਦਾ ਸਾਰਾ ਕੁਛ ਵਰਤਾਰਾ। ਹੁਣ ਜਦ ਸਾਡੇ ਹਉਮੈ ਹੀ ਨਹੀਂ ਟੁੱਟੀ, ਬੁੱਧੀ ਉਹ ਨਹੀਂ ਮੁਲਾਇਮ ਹੋਈ, ਢੈਲੀ ਨਹੀਂ ਪਈ, ਉਹ ਵਰਤਾਰੇ ਦੀ ਪੜ੍ਹ ਵੀ ਲਊਂਗੇ, ਸੁਣ ਵੀ ਲਊਂਗੇ, ਲੇਕਿਨ ਪ੍ਰਤੀਤ ਨਹੀਂ ਹੁੰਦੀ ਕਦੇ। ਪ੍ਰਤੀਤ ਹੋਊਗੀ ਤਾਂ ਜੇ ਉਹ ਅਵਸਥਾ ਪ੍ਰਾਪਤ ਹੋ ਜਾਏ, ਉਹ ਗੁਰੂ ਦੀ ਕਿਰਪਾ ਨਾਲ ਹੋਣੀ, ਉਸ ਤੋਂ ਉਰੇ ਹੁੰਦੀ ਕੋਈ। ਇਸ ਕਰਕੇ ਸਾਰਾ ਸੰਸਾਰ ਭਰਮ ਵਿੱਚ, ਕੁਛ ਭਰਮ ਨਿਕਲ ਜਾਂਦਾ ਬੰਦੇ ਦਾ ਬਾਹਰ ਤੋਂ, ਸੰਗਤ ਵਿੱਚ, ਗੁਰਬਾਣੀ ਦੀ ਸੰਗਤ ਵਿੱਚ, ਸੰਤਾਂ ਦੀ ਸੰਗਤ ਵਿੱਚ, ਪਰ ਟੋਟਲ ਭਰਮ ਉਦੋਂ ਜਾਣਾ ਹੈ, ਟੋਟਲ ਅੰਧੇਰਾ ਉਦੋਂ ਜਾਣਾ ਜਦੋਂ ਭੇਂਟ ਹੋ, ਬਿਨਾਂ ਭੇਂਟ ਤੋਂ। ਹੁਣ ਗ੍ਰਸਤੀ ਨੂੰ ਉੱਤਮ ਮੰਨਿਆ ਜਾਂਦਾ, ਸਾਰੀਆਂ ਜਿੰਨੇ ਵੀ ਵਰਨ ਵੰਡ ਕਰੀ ਹੋਈ ਹੈ, ਸਾਰਿਆਂ ਵਿੱਚੋਂ ਗ੍ਰਸਤੀ ਉੱਪਰ ਹੈ। ਲੇਕਿਨ ਹੁਣ ਜੇ ਗ੍ਰਸਤੀ ਨੂੰ ਆਪਾਂ ਸਮਝ ਲਈਏ ਵੀ ਗ੍ਰਸਤੀ ਕਰਨ ਨਾਲ ਪਰਮਾਤਮਾ ਪ੍ਰਾਪਤ ਹੋ ਜਾਊਗਾ, ਇਹ ਭ੍ਰਾਂਤੀ ਹੈ। ਫਿਰ ਇਹ ਟੋਟੈਲਿਟੀ 'ਚ ਹੋਣੀ ਹੈ ਅੱਗੇ ਗੱਲ। ਗ੍ਰਸਤੀ ਤਾਂ ਹੀ ਉੱਤਮ ਹੈ ਜੇ ਸਤਿਗੁਰੂ ਦੀ ਭੇਂਟਾ ਹੋਵੇ, ਬਾਕੀਆਂ ਨਾਲੋਂ ਵੈਸੇ ਉੱਤਮ ਹੈ ਤਿੰਨਾਂ ਗੁਣਾਂ 'ਚ, ਪਰ ਅਸਲੀ ਉੱਤਮ ਤਾਂ ਹੋਣਾ ਜੇ ਭੇਂਟ ਹੋਊਗੀ, ਨਹੀਂ ਉਸ ਤਰ੍ਹਾਂ ਹੀ ਜੰਮੂਗਾ, ਉਸ ਤਰ੍ਹਾਂ ਹੀ ਮਰੂਗਾ ਗ੍ਰਸਤੀ ਬੰਦਾ ਵੀ। ਇਹ ਹੈ ਟੋਟੈਲਿਟੀ। ਤੋ ਅੱਜ ਵਾਲਾ ਜਿਹੜਾ ਸਬਕ ਹੈ ਆਪਾਂ ਲੈ ਰਹੇ ਹਾਂ, ਗੁਰਬਾਣੀ ਦੀ ਸੇਧ ਹੈ, ਇਹ ਤੋਂ ਇਹ ਗੱਲ ਨੂੰ ਮਨ ਵਿੱਚ ਵਸਾਉਣਾ ਹੈ ਵੀ ਜੋ ਆਪਾਂ ਸੋਚਦੇ ਹਾਂ ਤਿੰਨਾਂ ਗੁਣਾਂ 'ਚ, ਚੌਥੇ ਵਿੱਚ ਉਹ ਗੱਲ ਬਿਲਕੁਲ ਉਲਟ ਹੁੰਦੀ ਹੈ। ਸੰਸਾਰ ਵਿੱਚ ਬਿਜਲੀ ਪਹਿਲਾਂ ਚਮਕਦੀ ਹੈ, ਆਵਾਜ਼ ਬਾਅਦ 'ਚ ਆਉਂਦੀ ਹੈ, ਕਿਉਂਕਿ ਦੋਹਾਂ ਦੀ ਰਫਤਾਰ 'ਚ ਬਹੁਤ ਅੰਤਰ ਹੈ। ਆਵਾਜ਼ ਦੀ ਰਫਤਾਰ 333 ਮੀਟਰ ਪਰ ਸੈਕਿੰਡ ਹੈ, ਅਤੇ ਰੋਸ਼ਨੀ ਤਾਂ 1,86,000 ਮੀਲ ਜਾਂਦੀ ਹੈ 1 ਸੈਕਿੰਡ ਦੇ ਵਿੱਚ। ਕੋਈ ਮੁਕਾਬਲਾ ਹੀ ਨਹੀਂ ਦੋਹਾਂ ਦਾ। ਤਾਂ ਹੀ ਗਰਜ ਬਾਅਦ 'ਚ ਸੁਣਦੀ ਜਾਂ ਬੱਦਲ ਚਮਕਦੀ ਹੈ ਬਿਜਲੀ। ਅੰਦਰ ਇਹ ਤਾਂ ਉਲਟ ਹੁੰਦਾ ਬਿਲਕੁਲ, ਆਵਾਜ਼ ਪਹਿਲਾਂ ਸੁਣਦੀ, ਅਨਹਦ ਪਹਿਲਾਂ ਚੱਲਦਾ, ਦਰਸ਼ਨ ਬਾਅਦ 'ਚ ਹੁੰਦੇ। ਸਾਰਾ ਸਿਲਸਿਲਾ ਅੰਦਰ ਦਾ ਉਲਟ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾ। ਤੋ ਮੇਰਾ ਖਿਆਲ ਹੈ ਵੀ ਸ਼ਾਇਦ ਸੋਝੀ ਆਵੇ ਸਾਨੂੰ, ਮਹਾਰਾਜ ਦਵੇ ਬਈ ਆਪਾਂ ਗੁਰਬਾਣੀ ਨੂੰ ਟੋਟੈਲਿਟੀ 'ਚ ਲਈਏ। ਟੋਟੈਲਿਟੀ ਵੀ ਜਦੋਂ ਲੰਘੇ ਫਿਰ ਸਾਡੀ ਜਿਹੜੀ ਸਮਝ ਹੈ ਉਹ ਸਾਫ਼ ਹੋ ਜੂਗੀ, ਯਾਨੀ ਪਵਿੱਤਰ ਹੋ ਜੂਗਾ ਹਿਰਦਾ। ਨਹੀਂ ਮੈਲਾ ਹੈ, ਜਿੰਨਾ ਚਿਰ ਸਮਝ ਨਹੀਂ ਪੂਰੀ ਆਉਂਦੀ, ਨਾਮ ਨਹੀਂ ਨਾ ਪ੍ਰਗਟ ਹੁੰਦਾ, ਮੈਲਾ ਹੈ, ਸਭ ਕੁਛ ਮੈਲਾ ਹੈ। ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋਂ ਪੂਜ ਚੜਾਈ। ਆਪਾਂ ਬਾਹਰ ਦੀਆਂ ਚੀਜ਼ਾਂ ਚੜਾਉਣ ਲੱਗੇ ਵੇ ਪਰਮਾਤਮਾ ਨੂੰ, ਧੂਪ ਦੀਪ ਨੈਵੇਦਾ ਕਰਦੇ, ਸਮੱਗਰੀ ਫਲ ਵਗੈਰਾ ਚੜਾਉਂਦੇ,
लेकिन गुरबाणी फरमाउंदी है भी ये अपनी जगह तिन्ना गुणा च ठीक है, पर उन्होंने तो भेंट चढ़ती है नाम की। जे नाम जपूंगे फिर परमात्मा खुश है, उस तो बिना उन्होंने भेंटा लगती नहीं कोई। नाम बिना होर पूज ना हो गई भरम भुली लुकाई, नाम बिना कोई पूजा ही नहीं है। वो संसार क्या करता है, संत फिर क्या करन लग पैंदा। फिर दुनिया में तो सगों ऐ भी लगता भी देखो जी ये तो कोई कर्म धर्म करता ही नहीं, कर्म करे तो बंदा नहीं करे तो निंदा। कर्म करते हैं लोग कहने वधिया बंदा जी, गुरुद्वारे रोज़ जाता, मंदिर जाता, नहाउंदा धोंदा, इशनान करता, पाठ करता कराउंदा, दान करता कराउंदा। ये फस गया। जे बंदा सिर्फ इन्ना ही करता ना, अंदरली गल का पता नहीं भी उत्थे जाके असीं सिक्ख्या लेनी है गुरु तो। गुरुद्वारे साहब जाके गुरुद्वारे होए सोझी पाए से, जे उस चीज़ का नहीं पता है फिर उही काम है जिमें एक शब्द वाला लख 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 अलख अलख कही जाता, लेकिन पता है नहीं ये लख क्या है। ये है टोटलिटी। तो बहुत महाराज कृपा करे सानू भी इस गल की सोझी आ जाए भी टोटैलिटी दे विच तिन्ना गुणां च गल होर है, चौथे गुण विच गल बिल्कुल उलट होंदी। इसी करके गुरबाणी दे विच जिहड़ा द्वंद भासदा है भी दो गल्लां करियां लगदियां, वो दो है नहीं असल च, वो अवस्था नाल रिलेटिविटी नाल बदलदियां। आइनस्टाइन ने तो हुण थ्योरी दित्ती है सदी च, गुरु महाराज ने तो बहुत पहलां दित्ती हुई है। जैन धर्म विच भी है थ्योरी रिलेटिविटी वाली, काफ़ी एक्सप्लेन करी हुई है उत्थे भी। सो आपां नूं बजाए गल कहण दे भी 21 कुलां दा आधार हो जाता, गुरबाणी फरमाउंदी है, आपां नूं कहना ये चाहिए भी सारी कुलां दा जिहड़ियां नाम नाल जुड़ गईयां उन्हां दा आधार हो जाता। आ है जिहड़ा असली निचोड़ है, ये टोटैलिटी चों निकलिया। गुरसेवा ते सब कुल उधारे। हुण सेवा नूं आपां फिर छोटे अर्थां च लैंदे, गुर की सेवा है तप परवान। गुर की सेवा सो करे जिस बिगसै होमै ताप। गुरु की सेवा भी आप उपरों उपरों लेंगे। गुरु तो कोल जाके जब सेवा करते हैं ये सोचते नहीं भी साढ़े अंदर जी मैं है ये जंगाल लग्या भी इनू तारना, ये उतरता नहीं, क्योंकि ये पता ही नहीं है। अभी तो सेवा होर भाव नाल करते हैं भी चल कल नूं सानूं पर प्रेजिडेंटशिप मिल जू, गुरुद्वारे की चेयरमैनी मिल जू, या कुछ होर मिल जू, सेवादारी मिल जू। वो भ्रांति है मन की। आपां उहदा उपरला उपरला अखर अर्थ ले लेंगे, विच दी गल नहीं समझते। तो साध संगत जी दिओ आग्या, ये बहुत गंभीर विचारां है। बुद्धि हकीर है, तुच्छ है, किन्ना क समझ पाउंदी है ये भी उही जानदा। जिन्हों वो जणाउंदा उही जान सकदा, दूजे नूं सोझी नहीं आ सकती, चाहे सुनी भी जाए, चाहे गुरु के कोले बैठा रहे, जे गुरु की कृपा ना होवे नहीं समझ सकता। चाहे 100 बारी आई जो जाई जो नहीं समझेगा। कृपा गुरबाणी पढ़ते हैं, सुनते हैं, विचारते हैं, नेक कर्म है, संगत भी जाने गुरु की। पर जिन्ना चिर गुरु की बख्शिश नहीं ना गुरबाणी की साढ़े उपर होंदी, पढ़ना सुनना एक गल है, अच्छा कर्म है, बख्शिश उड़ीकनी है उसकी। एक कदम आप चल पे उधर जा रहे हैं, अगला कर्म उहदा है, वो करोड़ां कदम आऊगा साढ़े वाल। चरण सरन गुर एक पिंडा जाए चल, सतगुर कोट पिंडा अगे हो गए। गुरबाणी की बख्शिश उड़ीकनी, याद कर लेना, कंठ कर लेनी गुरबाणी चंगी गल है, बुरी गल नहीं है, लेकिन इसका एक लिमिटेड फायदा होएगा जिन्ना चिर गुरबाणी की बख्शिश नहीं होती साडे गुरु के रूप। तो दिओ आग्या साध संगत जी, कोई अपशब्द की खिमा। वाहिगुरू जी का खालसा, वाहिगुरू जी की फतेह।